अनमोल वचन। जी और नवाजी गुरु प्यारी साध संगत जी, वाहिगुरु जी का खालसा वाहिगुरु जी की फतेह। आप जी सरवण कर रहे सी गुरु अमरदास महाराज जी गोइंदवाल साहब की धरती ते विराजमान है। भावें कि विरोधियों ने अकबर के दरबार तक शिकायत लाइया, पर सतगुरु साहब जी पर्बत की तरह अडोल रहे। गुरु अमरदास महाराज जी के दरबार दे विच अकबर खुद चल के आया, सतगुरु के दर्शन किए ते दर्शन करके सतगुरु तो बहुत प्रभावित होया। एक जगीर भी बीबी भानी जी के नाम ते लवा के गया। गुरु अमरदास महाराज जी ने 22 मंजियां स्थापित कीतियां। ये 22 मंजियां सिੱਖੀ ਦੇ प्रचार वास्ते सी, ਵੱਖ-ਵੱਖ ਥਾਵਾਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਕੀਤਾ ਜਾ ਸਕੇ। ਉਹਨਾਂ 22 ਮੰਜੀਆਂ ਦੇ ਵਿੱਚ ਜਿਹੜੇ 22 ਸਿੱਖਾਂ ਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਗਈ, ਉਹਨਾਂ ਦੇ ਵਿੱਚ ਭਾਈ ਹੰਦਾਲ ਜੀ ਹੈ। ਜਿਹੜੇ ਭਾਈ ਹੰਦਾਲ ਜੀ ਜੰਡਿਆਲੇ ਦੇ ਰਹਿਣ ਵਾਲੇ ਸਨ, ਆਪਣੇ ਮੂੰਹ ਤੋਂ ਨਿਰੰਜਨ ਨਿਰੰਜਨ ਦਾ ਜਾਪ ਕਰਦੇ ਸਨ, ਜਿਹਦੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਹੀ ਨਿਰੰਜਨੀਆਂ ਲੱਗ ਗਿਆ। ਭਾਵੇਂ ਕਿ ਭਾਈ ਹੰਦਾਲ ਜੀ ਬੜੇ ਗੁਰੂ ਘਰ ਦੇ ਪ੍ਰੇਮੀ ਸਨ, ਸ਼ਰਧਾਵਾਨ ਸਨ, ਸਿੱਖੀ ਦਾ ਪ੍ਰਚਾਰ ਕਰਦੇ ਸੀ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜਦੋਂ ਲੰਗਰ ਦੇ ਵਿੱਚ ਆਏ, ਭਾਈ ਹੰਦਾਲ ਜੀ ਆਟਾ ਗੁੰਨਦੇ ਪਏ ਸਨ, ਸੇਵਾ ਕਰ ਰਹੇ ਸਨ। ਜਦੋਂ ਆਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਤੱਕਿਆ, ਭਾਈ ਹੰਦਾਲ ਜੀ ਆਟਾ ਗੁੰਨਦੇ ਪਏ ਹਨ। ਭਾਈ ਹੰਦਾਲ ਜੀ ਨੇ ਤੱਕਿਆ ਕਿ ਸਤਿਗੁਰੂ ਆ ਗਏ ਹਨ। ਹੁਣ ਸਤਿਗੁਰੂ ਨੂੰ ਨਮਸਕਾਰ ਕਰਨੀ ਹੈ, ਕਿਵੇਂ ਕੀਤੀ ਜਾਵੇ? ਜੇ ਹੱਥ ਧੋਂਦੇ ਆ ਤੇ ਉਹਨਾਂ ਚਿਰ ਨੂੰ ਦੇਰ ਹੋ ਜਾਵੇਗੀ। ਜੇ ਲਿਬੜੇ ਹੱਥ ਸਤਿਗੁਰ ਦੇ ਚਰਨਾਂ ਤੇ ਲਾਉਂਦੇ ਆ ਤੇ ਸਤਿਗੁਰ ਦੇ ਚਰਨਾਂ ਦੇ ਉੱਪਰ ਆਟਾ ਲੱਗ ਜਾਵੇਗਾ। ਬੜੀ ਜਲਦੀ ਦੇ ਨਾਲ ਭਾਈ ਹੰਦਾਲ ਜੀ ਨੇ ਨੋਖੇ ਢੰਗ ਦੇ ਨਾਲ ਉਸੇ ਵਕਤ ਹੱਥ ਆਪਣੇ ਪਿੱਛੇ ਕੀਤੇ, ਪਿੱਛੇ ਕਰਕੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਮਹਾਰਾਜ ਬੜੇ ਪ੍ਰਸੰਨ ਹੋਏ। ਅਨੋਖੇ ਤਰੀਕੇ ਦਾ ਅੱਜ ਮੱਥਾ ਟੇਕਿਆ ਹੈ। ਜਦੋਂ ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਉਸ ਵਕਤ ਭਾਈ ਹੰਦਾਲ ਜੀ ਨੂੰ ਵੀ ਉਸ ਮੰਜੀ ਸੌਂਪੀ। ਸਤਿਗੁਰੂ ਨੇ ਪ੍ਰਚਾਰ ਕਰਨ ਵਾਸਤੇ ਪ੍ਰਚਾਰਕ ਥਾਪਿਆ। ਭਾਈ ਹੰਦਾਲ ਜੀ ਆਪਣੇ ਜੀਵਨ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਪਰ ਇਹਦੇ ਪੁੱਤਰ ਜਿਹੜੇ ਸਨ ਉਹ ਗੁਰੂ ਘਰ ਦੇ ਵਿਰੋਧੀ ਹੋ ਗਏ, ਨਲਾਇਕ ਨਿਕਲ ਆਏ। ਉਹਨਾਂ ਦਾ ਨਾਮ ਵੀ ਵਿਦਿਆ ਸੀ। ਉਹਨਾਂ ਨੇ ਦੇਖਿਆ ਅੱਗੇ ਤੇ ਪਿਤਾ ਜਿਹੜਾ ਹੈ ਉਹ ਸਿੱਖੀ ਦਾ ਪ੍ਰਚਾਰ ਕਰਦਾ ਸੀ, ਪੈਸੇ ਆਉਂਦੇ ਸੀ। ਹੁਣ ਕੀ ਕੀਤਾ ਜਾਵੇ? ਪੈਸੇ ਆਉਣੇ ਬੰਦ ਹੋ ਗਏ। ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿਰੁੱਧ ਆਪਣੇ ਘਰ ਵਿੱਚ ਹੀ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ। ਥੋੜਾ ਸਮਾਂ ਤੇ ਉਹਨਾਂ ਦਾ ਪਖੰਡ ਚੱਲਿਆ, ਪਰ ਬਹੁਤਾ ਸਮਾਂ ਨਾ ਚੱਲ ਸਕਿਆ। ਫਿਰ ਇਹ ਸਰਕਾਰ ਦੇ ਟਾਊਟ ਬਣ ਗਏ, ਸਰਕਾਰ ਦੀ ਮੁਖਬਰੀ ਕਰਨ ਲੱਗੇ। ਤੇ ਇਸੇ ਕੁੱਲ ਦੇ ਵਿੱਚੋਂ ਹੰਦਾਲੀਆਂ ਦੇ ਵਿੱਚੋਂ ਹਰ ਭਗਤ ਨਿਰੰਜਨੀਆ ਜੰਡਿਆਲੇ ਵਾਲਾ ਸੀ, ਜਿਹਨੇ ਬਹੁਤ ਸਾਰੇ ਸਿੱਖਾਂ ਨੂੰ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤਾਂ ਲਾ ਲਾ ਕੇ ਗ੍ਰਿਫਤਾਰ ਕਰਵਾਇਆ, ਬਹੁਤ ਸਾਰੇ ਸਿੱਖਾਂ ਦਾ ਘਾਣ ਕਰਵਾਇਆ। ਇਸ ਹਰ ਭਗਤ ਨਿਰੰਜਨੀਏ ਜੰਡਿਆਲੇ ਵਾਲੇ ਨੇ। ਪਰ ਬਾਬਾ ਹੰਦਾਲ ਗੁਰੂ ਘਰ ਦੇ ਅਨਲ ਸੇਵਕ ਸਨ, ਗੁਰੂ ਘਰ ਦੇ ਪ੍ਰਚਾਰਕ ਸਨ। ਇੱਕ ਮੰਜੀ ਭਾਈ ਹੰਦਾਲ ਜੀ ਨੂੰ ਸੌਂਪੀ ਗਈ। ਭਾਈ ਪਾਰੋ ਜੁਲਕਾ ਜਿਹੜੇ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ, ਉਹਨਾਂ ਨੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ। ਇੱਕ ਮੰਜੀ ਉਹਨਾਂ ਨੂੰ ਸੌਂਪੀ ਗਈ। ਜਿਹੜੇ ਪਾਰੋ ਜੁਲਕਾ ਤੋਂ ਪ੍ਰਭਾਵਿਤ ਹੋ ਕੇ ਇੱਕ ਮੁਸਲਮਾਨ ਅੱਲਾਜ਼ਾਰ ਸਿੱਖ ਬਣਿਆ ਸੀ, ਇੱਕ ਮੰਜੀ ਉਹਨਾਂ ਨੂੰ ਵੀ ਸੌਂਪੀ ਗਈ। ਗੁਰੂ ਘਰ ਦੇ ਵਿੱਚ ਇੱਕ ਵੈਦ ਸੀ, ਉਹ ਵੀ ਡੱਲੇ ਦੇ ਰਹਿਣ ਵਾਲਾ ਸੀ, ਉਹਨੂੰ ਭਾਈ ਲਾਲੂ ਕਿਹਾ ਜਾਂਦਾ ਸੀ। ਇੱਕ ਲਾਲੂ ਉਹ ਹੈ ਜਿਹੜਾ ਐਮਨਾਬਾਦ ਦੀ ਧਰਤੀ ਦੇ ਉੱਪਰ ਹੋਇਆ। ਇੱਕ ਲਾਲੋ ਉਹ ਹੈ ਜਿਹੜਾ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਹੋਇਆ। ਔਰ ਉਹ ਜਿਹੜਾ ਭਾਈ ਲਾਲੂ ਹੈ ਉਹਦੇ ਕੋਲ ਵੈਦ ਪੁਣਾ ਸੀ, ਹਕੀਮ ਪੁਣਾ ਸੀ।
ਔਰ ਤੇਈਏ ਤਾਪ ਜਿਹੜਾ ਸੀ ਉਹਦਾ ਇਲਾਜ ਬੜਾ ਅਨੋਖੇ ਢੰਗ ਨਾਲ ਤੇ ਛੇਤੀ ਕਰਦਾ ਸੀ। ਉਹ ਵੀ ਗੁਰੂ ਘਰ ਦਾ ਸ਼ਰਧਾਲੂ ਬਣਿਆ ਔਰ ਗੁਰੂ ਘਰ ਦੇ ਵਿੱਚ ਵੈਦਪੁਣਾ ਕਰਦਾ ਰਿਹਾ। ਸਿੱਖ ਸੰਗਤਾਂ ਨੂੰ ਜਿੱਥੇ ਲੋੜ ਹੋਵੇ ਉੱਥੇ ਦਵਾਈ ਦਿੰਦਾ। ਗੁਰੂ ਘਰ ਦੇ ਵਿੱਚ ਅੱਜ ਵੀ ਆਪਾਂ ਕਿਤੇ ਕਿਤੇ ਨਾਲ ਡਿਸਪੈਂਸਰੀ ਵੇਖਦੇ ਹਾਂ। ਇਹ ਸਤਿਗੁਰੂ ਦੇ ਸਮੇਂ ਤੋਂ ਹੀ ਨਾਲ ਨਾਲ ਚੱਲਿਆ ਆਉਂਦਾ ਹੈ। ਵੈਦਪੁਣਾ ਸੀ, ਇਲਾਜ ਕਰਨਾ ਵੀ ਨਾਲ ਹੀ ਚੱਲਿਆ ਆਉਂਦਾ ਹੈ। ਸਤਿਗੁਰੂ ਨੇ 22 ਮੰਜੀਆਂ ਇਹ ਜਿਹੜੀਆਂ ਸਥਾਪਿਤ ਕੀਤੀਆਂ। ਗੁਰੂ ਅਮਰਦਾਸ ਮਹਾਰਾਜ ਇੰਨੇ ਕੋਮਲ ਹਿਰਦੇ ਵਾਲੇ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਇੱਕ ਪਰਿਵਾਰ ਰਹਿੰਦਾ ਹੈ। ਉਹ ਪਰਿਵਾਰ ਜਿਹੜਾ ਹੈ ਪਤੀ ਪਤਨੀ ਬਹੁਤ ਧਨਾੜ ਸਨ, ਅਮੀਰ ਸੀ। ਅਚਾਨਕ ਚਲਾਣਾ ਕਰਕੇ ਉਹਨਾਂ ਦਾ ਪੁੱਤਰ ਸੀ, ਅਜੇ ਜਵਾਨੀ ਦੇ ਵਿੱਚ ਸੀ, ਉਹਦਾ ਨਾਂ ਸੀ ਪ੍ਰੇਮਾ। ਪਿਤਾ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਕੋਈ ਸਮਝਾਉਣ ਵਾਲਾ ਨਾ ਰਿਹਾ। ਉਹ ਪ੍ਰੇਮਾ ਜਾ ਕੇ ਕੁਸੰਗੀਆਂ ਦੇ ਵਿੱਚ ਬੈਠ ਗਿਆ, ਮਾੜੀ ਸੰਗਤ ਵਿੱਚ ਜਾ ਕੇ ਬੈਠ ਗਿਆ। ਉਹਨਾਂ ਦੇ ਨਾਲ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ, ਬੁਰੀਆਂ ਆਦਤਾਂ ਦੇ ਵਿੱਚ ਪੈ ਗਿਆ। ਜਿਹੜਾ ਪਿਤਾ ਦਾ ਇਕੱਠਾ ਕੀਤਾ ਹੋਇਆ ਧਨ ਦੌਲਤ ਸੀ ਉਹ ਸਾਰਾ ਦਾ ਸਾਰਾ ਜਾਂਦਾ ਰਿਹਾ, ਖਰਚਿਆ ਗਿਆ, ਕਿਉਂਕਿ ਜਦੋਂ ਕਮਾਇਆ ਨਹੀਂ ਹੈ, ਜਿਹੜਾ ਕੋਲ ਸੀ ਉਹ ਉਜਾੜ ਦਿੱਤਾ ਬੁਰਾਈਆਂ ਦੇ ਵਿੱਚ, ਕੁਰੀਤੀਆਂ ਦੇ ਵਿੱਚ। ਜਦੋਂ ਉਜਾੜਿਆ ਗਿਆ ਤੇ ਸਹਿਜੇ ਸਹਿਜੇ ਉਹ ਧਨ ਮੁੱਕਦਾ ਗਿਆ। ਹੁਣ ਅਸਕਰ ਮੁੱਕਣਾ ਹੀ ਸੀ। ਜਦੋਂ ਉਹ ਧਨ ਮੁੱਕ ਗਿਆ, ਹੁਣ ਉਹ ਪ੍ਰੇਮਾ ਕਿਸੇ ਜੋਗਾ ਨਾ ਰਿਹਾ। ਜਿਹੜੇ ਨਾਲ ਦੇ ਸੰਗੀ ਸਾਥੀ ਸੀ ਉਹ ਵੀ ਸਹਿਜੇ ਸਹਿਜੇ ਸਾਥ ਛੱਡ ਗਏ। ਤੇ ਸਤਿਗੁਰ ਦੀ ਬਾਣੀ ਨੇ ਤੇ ਇਹੋ ਹੀ ਕਿਹਾ ਹੈ। ਮਹਾਰਾਜ ਕਹਿੰਦੇ ਮਨ ਮੁੱਖਾਂ ਸੇਤੀ ਦੋਸਤੀ, ਥੋੜੜਿਆਂ ਦਿਨ ਚਾਰ। ਥੋੜੇ ਕੁ ਦਿਨਾਂ ਦੀ ਦੋਸਤੀ ਹੁੰਦੀ ਹੈ ਮਨ ਮੁੱਖਾਂ ਦੀ। ਇਹ ਉਹਨਾਂ ਕੋ ਚੇਰੀ ਸੰਬੰਧ ਰੱਖਦੇ ਹੈ ਜਿਚਰ ਪਹਿਨਣ ਖਾਵਣੇ ਤੇ ਚਿਰ ਰੱਖਣ ਗੰਢ। ਜਿੰਨਾ ਚਿਰ ਇਹਨਾਂ ਨੂੰ ਪਹਿਨਣ ਵਾਸਤੇ, ਖਾਣ ਵਾਸਤੇ, ਪਹਿਨਣ ਵਾਸਤੇ ਮਿਲਦਾ ਹੈ, ਉਹਨਾਂ ਚਿਰ ਸੰਬੰਧ ਬਣਾ ਕੇ ਰੱਖਦੇ ਹੈ। ਜਿੱਦਣ ਸਵਾਰਥ ਨਹੀਂ ਹੁੰਦਾ, ਜਿੱਦਣ ਉਹਨਾਂ ਦੇ ਪੈਸਿਆਂ ਦੀ ਪੂਰਤੀ ਨਹੀਂ ਹੁੰਦੀ, ਫਿਰ ਉਹ ਦਿਨ ਗੰਦ ਬੋਲਦੇ ਹੈ, ਗਾਲਾਂ ਕੱਢਣੀਆਂ ਸ਼ੁਰੂ ਕਰਦੇ ਆ। ਇਹ ਮਨਮੁਖ ਦੀ ਇੱਦਾਂ ਦੀ ਦੋਸਤੀ ਹੁੰਦੀ ਹੈ। ਤਾਂ ਹੀ ਤੇ ਮੇਰੇ ਗੁਰਦੇਵ ਨੇ ਕਿਹਾ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚੌ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਸੁੱਖ ਹੋਵੇ ਫਿਰ ਸਾਰੇ ਨੇੜੇ ਆਣ ਕੇ ਬੈਠਦੇ ਐ, ਦੁੱਖ ਪੈ ਜਾਵੇ ਸਾਰੇ ਆਪਣੇ ਵੀ ਸਾਥ ਛੱਡ ਕੇ ਚਲੇ ਜਾਂਦੇ ਐ। ਤੇ ਜਿਹੜੇ ਮਨਮੁਖਾਂ ਦੀ ਦੋਸਤੀ ਉਹ ਤੇ ਹੈ ਹੀ ਇਦਾਂ ਦੀ, ਜਿੰਨਾ ਚਿਰ ਖਾਣ ਵਾਸਤੇ ਪਹਿਨਣ ਵਾਸਤੇ ਮਿਲਦਾ ਹੈ ਉਹਨਾਂ ਚਿਰ ਨਾਲ ਹੈ। ਜਦੋਂ ਸਵਾਰਥ ਨਹੀਂ ਪੂਰਾ ਹੁੰਦਾ, ਸੁਭਾਅ ਪੂਰਾ ਨਹੀਂ ਹੁੰਦਾ, ਉਦੋਂ ਹੀ ਛੱਡ ਕੇ ਦੌੜ ਜਾਂਦੇ ਐ। ਪ੍ਰੇਮੇ ਨਾਲ ਵੀ ਐਸਾ ਹੀ ਹੋਇਆ। ਜਿੰਨਾ ਚਿਰ ਦੋਸਤਾਂ ਨੂੰ ਮਿੱਤਰਾਂ ਨੂੰ ਖਵਾਉਂਦਾ ਰਿਹਾ ਉਹਨਾਂ ਚਿਰ ਸਾਰਿਆਂ ਨਾਲ ਸੰਬੰਧ ਸੀ। ਜਿੱਦਣ ਖਵਾਉਣਾ ਬੰਦ ਕਰ ਦਿੱਤਾ, ਖੁਦ ਦੇ ਕੋਲ ਧਨ ਪਦਾਰਥ ਖਤਮ ਹੋ ਗਿਆ, ਉਦੋਂ ਸਾਰੇ ਸਾਥ ਛੱਡ ਕੇ। ਇੱਕ ਬਹੁਤ ਭਿਆਨਕ ਸਰੀਰ ਦੇ ਉੱਪਰ ਰੋਗ ਲੱਗ ਗਿਆ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਪਿਆ। ਇੱਥੋਂ ਤੱਕ ਕਿ ਕੋੜ ਦਾ ਵੀ ਉਹਨੂੰ ਰੋਗ ਹੋ ਗਿਆ। ਚਲਦਿਆਂ ਚਲਾਉਂਦਿਆਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਪਛਤਾਵਾ ਕੀਤਾ, ਬੇਨਤੀ ਕੀਤੀ। ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਫਿਰ ਉਹਨੂੰ ਰੱਖਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਗੁਰੂ ਦਾ ਤੇ ਸੁਭਾਅ ਹੈ, ਜਿਹੜਾ ਚੱਲ ਕੇ ਆ ਗਿਆ ਉਹਨੂੰ ਆਪਣੀ ਛਾਤੀ ਨਾਲ ਲਾ ਲੈਂਦਾ, ਪ੍ਰੇਮ ਦੇ ਨਾਲ ਰੱਖਦਾ ਹੈ। ਜਿਸ ਵਕਤ ਭਾਈ ਪ੍ਰੇਮਾ ਜੀ ਆਏ, ਉਹਨਾਂ ਨੇ ਆਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰੂ ਨੇ ਐਸਾ ਅਨੋਖੇ ਤਰੀਕੇ ਦੇ ਨਾਲ ਉਹਦਾ ਇਲਾਜ ਕਰਵਾਇਆ ਕਿ ਪ੍ਰੇਮਾ ਸਹਿਜੇ ਸਹਿਜੇ ਤੰਦਰੁਸਤ ਹੋਣਾ ਸ਼ੁਰੂ ਹੋ ਗਿਆ। ਉਹਦਾ ਸਰੀਰ ਅਰੋਗ ਹੋਣਾ ਸ਼ੁਰੂ ਹੋ ਗਿਆ, ਉਹਦਾ ਰੋਗ ਖਤਮ ਹੋਣ ਲੱਗਾ। ਜਦੋਂ ਇਵੇਂ ਕਰਦਾ ਪਿਆ ਹੈ, ਠੀਕ ਹੋਣ ਲੱਗਾ, ਤੇ ਇੱਕ ਦਿਨ ਪ੍ਰੇਮਾ ਜਿਹੜਾ ਉਹ ਸਰੀਰਕ ਤੌਰ ਦੇ ਉੱਪਰ ਰੋਗ ਤੋਂ ਮੁਕਤ ਹੋ ਗਿਆ। ਸਤਿਗੁਰੂ ਦਾ ਸੁੰਦਰ ਦਰਬਾਰ ਸਜਿਆ ਹੋਇਆ ਸੀ। ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਕੋਈ ਇਸ ਪ੍ਰੇਮੇ ਦੇ ਲਈ ਆਪਣੀ ਪੁੱਤਰੀ ਦਾ ਰਿਸ਼ਤਾ ਕਰੇ। ਹੁਣ ਕਿਹੜਾ ਕਰੇ ਆਪਣੀ ਪੁੱਤਰੀ ਦਾ ਰਿਸ਼ਤਾ ਜਿਹਦਾ ਕੋਈ ਘਰ ਨਹੀਂ, ਕੋਈ ਘਾਟ ਨਹੀਂ, ਜਿਹੜਾ ਕਿਸੇ ਪਾਸੇ ਜੋਗਾ ਵੀ ਨਹੀਂ ਰਿਹਾ।
ਇਹ ਗੁਰੂ ਅਮਰਦਾਸ ਮਹਾਰਾਜ ਹੀ ਹੋ ਸਕਦੇ ਹੈ, ਜਿਹੜਾ ਜੇਠਾ ਨਾਥ ਵੀ ਹੋਵੇ, ਜਿਹਦੇ ਕੋਲ ਘਰ ਵੀ ਕੋਈ ਨਾ ਹੋਵੇ, ਸਿਰ ਤੇ ਛੱਤ ਵੀ ਨਾ ਹੋਵੇ, ਸਤਿਗੁਰੂ ਉਹਨੂੰ ਵੀ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਾਰ ਦੇ ਕੇ ਆਪਣੇ ਘਰ ਦਾ ਦਮਾਦ ਬਣਾ ਲੈਂਦੇ। ਗੁਰੂ ਅਮਰਦਾਸ ਮਹਾਰਾਜ ਹੀ ਕਰ ਸਕਦੇ ਸਨ। ਪਰ ਸਤਿਗੁਰੂ ਨੇ ਕਿਹਾ ਕੋਈ ਹੈ ਸਿੱਖ ਜਿਹੜਾ ਆਪਣੀ ਬੱਚੀ ਦਾ ਇਹਨੂੰ ਰਿਸ਼ਤਾ ਕਰੇ। ਇੱਕ ਸਿੱਖ ਉੱਠ ਕੇ ਖੜਾ ਹੋਇਆ, ਕਹਿਣ ਲੱਗਿਆ ਮਹਾਰਾਜ ਮੈਂ ਜੇ ਆਪ ਜੀ ਦਾ ਹੁਕਮ ਹੋਵੇ ਤੇ ਆਪਣੀ ਬੱਚੀ ਦਾ ਰਿਸ਼ਤਾ ਕਰ ਦੇਵਾਂਗਾ। ਪਰ ਜਿਹੜੀ ਉਹ ਸਿੱਖ ਦੀ ਘਰ ਵਾਲੀ ਪਤਨੀ ਸੀ, ਉਸ ਲੜਕੀ ਦੀ ਮਾਂ ਸੀ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਈ, ਸਤਿਗੁਰੂ ਜਿਹਦਾ ਕੋਈ ਘਰ ਨਹੀਂ, ਜਿਹਦਾ ਕੋਈ ਘਾਟ ਨਹੀਂ, ਜਿਹਦਾ ਕੋਈ ਮਾਤਾ ਨਹੀਂ, ਪਿਤਾ ਨਹੀਂ, ਮੈਂ ਉਹਨੂੰ ਆਪਣੀ ਬੱਚੀ ਦਾ ਰਿਸ਼ਤਾ ਕਿਵੇਂ ਕਰ ਦੇਵਾਂ? ਕੀ ਪਤਾ ਲੱਗੇ ਕਿ ਇਹਦਾ ਮਾਤਾ ਪਿਤਾ ਕੌਣ ਹੈ? ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਜੇ ਤੈਨੂੰ ਪ੍ਰੇਮੇ ਦਾ ਮਾਤਾ ਪਿਤਾ ਹੀ ਚਾਹੀਦਾ ਹੈ ਤੇ ਸੁਣ, ਫਿਰ ਪ੍ਰੇਮੇ ਦਾ ਪਿਤਾ ਵੀ ਗੁਰੂ ਅਮਰਦਾਸ ਹੈ, ਪ੍ਰੇਮੇ ਦਾ ਮਾਤਾ ਵੀ ਗੁਰੂ ਅਮਰਦਾਸ ਹੈ, ਪ੍ਰੇਮਾ ਮੇਰਾ ਹੀ ਪੁੱਤਰ ਹੈ। ਉਹ ਸਿੱਖ ਨੇ ਭਾਈ ਪ੍ਰੇਮਾ ਜੀ ਦੇ ਨਾਲ ਆਪਣੀ ਪੁੱਤਰੀ ਦਾ ਆਨੰਦ ਕਾਰਜ ਕੀਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਕੋਮਲ ਹਿਰਦਾ ਹੈ, ਇਹ ਵਿਸ਼ਾਲ ਹਿਰਦਾ ਹੈ। ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਸਦੀਆਂ ਤੋਂ ਚੱਲੀ ਆਉਂਦੀ ਇੱਕ ਕੁਰੀਤੀ ਹੈ। ਕਿਹੜੀ ਕੁਰੀਤੀ ਹੈ? ਜੇ ਤੇ ਘਰ ਦੇ ਵਿੱਚ ਇੱਕ ਪਤੀ ਜਿਹੜਾ ਹੈ ਉਹਦੀ ਪਤਨੀ ਚੜ੍ਹਾਈ ਕਰ ਜਾਵੇ ਤੇ ਪਤੀ ਨੂੰ ਇਹ ਹੱਕ ਹੈ ਕਿ ਉਹ ਦੁਬਾਰਾ ਆਪਣਾ ਵਿਆਹ ਕਰਾ ਸਕਦਾ ਹੈ, ਕਿੰਨੀ ਵਾਰ ਵੀ ਕਰਾਵੇ। ਪਰ ਜੇ ਕਿਤੇ ਪਤਨੀ ਦਾ ਪਤੀ ਚੜ੍ਹਾਈ ਕਰ ਜਾਵੇ, ਉਹਦਾ ਘਰ ਵਾਲਾ ਚੜ੍ਹਾਈ ਕਰ ਜਾਵੇ, ਤੇ ਉਸੇ ਵਕਤ ਚੱਲੀ ਆਉਂਦੀ ਭੈੜੀ ਕਰੀਤੀ ਦੇ ਅਨੁਸਾਰ ਉਸ ਇਸਤਰੀ ਨੂੰ ਚੁੱਕ ਕੇ ਪਤੀ ਦੀ ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਕੇ ਸਾੜ ਦਿੱਤਾ ਜਾਂਦਾ। ਜਦੋਂ ਪਤੀ ਦੀ ਬਲਦੀ ਹੋਈ ਚਿਖਾ ਦੇ ਵਿੱਚ ਸਾੜ ਦਿੱਤਾ ਜਾਂਦਾ, ਉਹਨੂੰ ਸਤੀ ਪ੍ਰਥਾ ਕਹਿੰਦੇ ਹੈ। ਮਹਾਰਾਜ ਕਹਿਣ ਲੱਗੇ, ਕਹਿੰਦੇ ਐਸਾ ਨਹੀਂ ਹੋ ਸਕਦਾ। ਇੰਨਾ ਘਨੋਰਾ ਜ਼ੁਲਮ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਹੋਵੇ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਉਹਨਾਂ ਨੂੰ ਮੰਦਾ ਕਿਵੇਂ ਆਖੀ ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੱਤਾ ਹੈ। ਮਹਾਰਾਜ ਕਹਿੰਦੇ ਐਸਾ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਪੁਨਰ ਵਿਆਹ ਦੀ ਰੀਤ ਚਲਾਈ। ਜੇ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ, ਮਹਾਰਾਜ ਕਹਿੰਦੇ ਇਹਦਾ ਦੁਬਾਰਾ ਤੋਂ ਵਿਆਹ ਕੀਤਾ ਜਾ ਸਕਦਾ ਹੈ। ਭਾਵੇਂ ਬੜੀ ਵਿਰੋਧਤਾ ਕੀਤੀ ਵਿਰੋਧੀਆਂ ਨੇ, ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਸਤਿਗੁਰੂ ਕਹਿੰਦੇ ਇਹਨਾਂ ਨੂੰ ਸਤੀਆਂ ਥੋੜ੍ਹੀ ਆਖਿਆ ਜਾਂਦਾ ਜਿਹੜੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਣ। ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ। ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਸਤੀਆਂ ਥੋੜ੍ਹੀ ਹੈ ਜਿਹੜੀਆਂ ਪਤੀ ਦੇ ਨਾਲ ਸੜ ਜਾਂਦੀਆਂ। ਉਹ ਪਤੀਆਂ ਨੇ ਜਿਹੜੇ ਪਰਮਾਤਮਾ ਪਤੀ ਦੇ ਵਿਛੋੜੇ ਦੇ ਵਿੱਚ ਰਹਿੰਦੀਆਂ, ਬਿਰਹਾ ਦੇ ਵਿੱਚ ਰਹਿੰਦੀਆਂ। ਮੇਰੇ ਗੁਰਦੇਵ ਪਿਤਾ ਜੀ ਨੇ ਇਹ ਭੈੜੀ ਕੁਰੀਤੀ ਤੋਂ ਵਰਜਿਆ। ਇੱਕ ਹੋਰ ਮਾੜੀ ਰੀਤੀ ਹੈ, ਉਹ ਹੈ ਪਰਦੇ ਦੀ ਪ੍ਰਥਾ। ਇਸਤਰੀ ਜਿਹੜੀ ਉਹ ਪਰਦੇ ਦੇ ਵਿੱਚ ਰਹਿੰਦੀ ਹੈ, ਜਿਹਨੂੰ ਆਮ ਕਰਕੇ ਘੁੰਡ ਕੰਡਰਾ ਕਹਿੰਦੇ ਹੈ। ਵੱਡਾ ਸਾਰਾ ਕੋਈ ਲੀੜਾ ਲੈ ਕੇ ਅੱਗੇ ਤੱਕ ਰੱਖ ਕੇ ਉਹ ਉਸ ਪਰਦੇ ਦੇ ਵਿੱਚ ਰਹਿੰਦੀ ਹੈ। ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ। ਇੱਥੋਂ ਤੱਕ ਕਿ ਸਨਾਤਨ ਧਰਮ ਦੇ, ਹਿੰਦੂ ਧਰਮ ਦੇ ਕਵੀਆਂ ਨੇ ਵੀ ਇੱਥੋਂ ਤੱਕ ਕਿਹਾ, ਤੁਲਸੀਦਾਸ ਵਰਗੇ ਵੀ ਕਹਿੰਦੇ ਹੈ, ਸ਼ੂਦਰ ਪਸ਼ੂ ਢੋਰ ਅਰ ਨਾਰੀ ਜੇ ਪਾਂਚੋ ਤਾੜਨ ਕੇ ਅਧਿਕਾਰੀ। ਕਹਿੰਦੇ ਇਹਨੂੰ ਤਾੜ ਕੇ ਰੱਖੋ, ਇਹਨੂੰ ਪਰਦੇ ਦੇ ਵਿੱਚ ਹੀ ਰੱਖੋ। ਪਰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਐਵੇਂ ਨਹੀਂ ਹੋ ਸਕਦਾ। ਇਹਨਾਂ ਨੂੰ ਆਜ਼ਾਦੀ ਦੇ ਨਾਲ ਸੰਸਾਰ ਦੇ ਵਿੱਚ ਜੀਣ ਦਾ ਹੱਕ ਹੈ, ਅਧਿਕਾਰ ਹੈ, ਤੇ ਇਹ ਵੀ ਸੰਸਾਰ ਦੇ ਵਿੱਚ ਆਪਣੀ ਆਜ਼ਾਦੀ ਦੇ ਨਾਲ ਜੀ ਸਕਦੀਆਂ। ਮੈਨੂੰ ਖਿਮਾ ਕਰਿਓ ਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਜਿਹੜੀ ਇਸਤਰੀ ਜਾਤੀ ਦੇ ਹੱਕ ਦੀ ਗੱਲ ਕੀਤੀ, ਉਹਨਾਂ ਦੀ ਸਤੀ ਪ੍ਰਥਾ, ਉਹਨਾਂ ਦੀ ਪਰਦੇ ਦੀ ਪ੍ਰਥਾ, ਭੈੜੀਆਂ ਕੁਰੀਤੀਆਂ ਨੂੰ ਦੂਰ ਕੀਤਾ, ਆਜ਼ਾਦੀ ਦੇ ਨਾਲ ਵਿਚਰਨ ਦਾ ਹੱਕ ਦਿੱਤਾ। ਅੱਜ ਉਸੇ ਇਸਤਰੀ ਨੂੰ ਸਿੱਖ ਚੰਗਾ ਨਹੀਂ ਲੱਗਦਾ। ਉਹ ਕਹਿੰਦੀ ਨਹੀਂ, ਸਿੱਖ ਥੋੜ੍ਹੀ ਚੰਗੇ ਹੈ। ਉਹਨੂੰ ਕੌਣ ਸਮਝਾਵੇ?
ਕਿ ਤੈਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ, ਤੈਨੂੰ ਅੱਗ ਦੇ ਵਿੱਚ ਸਾੜ ਕੇ ਮਾਰ ਦਿੱਤਾ ਜਾਂਦਾ ਸੀ, ਜੇ ਤੈਨੂੰ ਜ਼ਿੰਦਗੀ ਜਿਉਣ ਦਾ ਹੱਕ ਦਿੱਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਦਿੱਤਾ ਹੈ। ਇਸੇ ਕਰਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈ। ਉਸੇ ਇਸਤਰੀ ਨੂੰ ਅੱਜ ਗੁਰੂ ਨਾਨਕ ਦਾ ਘਰ ਚੰਗਾ ਨਹੀਂ ਲੱਗਦਾ, ਸਿੱਖ ਚੰਗਾ ਨਹੀਂ ਲੱਗਦਾ। ਸਤਿਗੁਰੂ ਨੇ ਤੇ ਪਰਦਾ ਪਰੇ ਕਰਵਾਇਆ ਸੀ, ਪਰ ਅੱਜ ਵਾਲੀ ਇਸਤਰੀ ਨੇ ਤੇ ਸਾਰੇ ਪਰਦੇ ਆਪਣੇ ਆਪ ਹੀ ਉਤਾਰ ਦਿੱਤੇ ਹੈ। ਸਿਰ ਢੱਕਣਾ ਉਹਦੇ ਵਾਸਤੇ ਬੋਝ ਹੈ, ਚੰਗੇ ਸਮਾਜਿਕ ਕੱਪੜੇ ਪਹਿਨਣੇ ਉਹਦੇ ਵਾਸਤੇ ਬੋਝ ਹੈ। ਤੂੰ ਇੰਨਾ ਵੀ ਜ਼ਿਆਦਾ ਨਾ ਕਰਕੇ ਤੂੰ ਬਿਲਕੁਲ ਹੀ ਸਮਾਜ ਤੋਂ ਪਰੇ ਚਲੀ ਜਾ। ਸਤਿਗੁਰੂ ਨੇ ਤੇ ਤੈਨੂੰ ਸਮਾਜ ਦੇ ਵਿੱਚ ਚੰਗਾ ਰੁਤਬਾ ਦਿੱਤਾ ਸੀ, ਤੈਨੂੰ ਸਮਾਜ ਦੇ ਵਿੱਚ ਵਿਚਰਨ ਦਾ, ਆਜ਼ਾਦੀ ਨਾਲ ਵਿਚਰਨ ਦਾ ਇੱਕ ਮੌਕਾ ਦਿੱਤਾ ਸੀ, ਹੱਕ ਦਿੱਤਾ ਸੀ। ਪਰ ਉਹ ਹੱਕ ਇੰਨਾ ਅੱਗੇ ਚਲੇ ਗਏ ਕਿ ਉਹਨੇ ਸਿਰ ਦੇ ਉੱਪਰੋਂ ਚੁੰਨੀ ਵੀ ਉਤਾਰ ਦਿੱਤੀ, ਉਹਨੇ ਆਪਣੇ ਕੱਪੜਿਆਂ ਦਾ ਲਿਬਾਸ ਵੀ ਬਦਲ ਦਿੱਤਾ, ਉਹ ਬਿਲਕੁਲ ਹੀ ਐਸੇ ਤਰੀਕੇ ਦੇ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਜਿਹਨੂੰ ਕਦਾਚਿਤ ਵਾਸਤੇ ਸਮਾਜਿਕ ਨਹੀਂ ਕਿਹਾ ਜਾ ਸਕਦਾ। ਖੈਰ, ਸਤਿਗੁਰੂ ਕਿਰਪਾ ਕਰੇ, ਜਿਹੜੇ ਪੂਰਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਪਾਏ, ਆਪਾਂ ਵੀ ਸਾਰੇ ਤੇ ਇਹ ਸਮਾਜ ਵੀ ਉਹਦੇ ਮੁਤਾਬਕ ਚੱਲ ਸਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਨਵਾਂ ਨਗਰ ਵਸਾਉਣਾ ਚਾਹਿਆ। ਉਹ ਨਵਾਂ ਨਗਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ, ਰਾਮਦਾਸ ਨੂੰ ਹੁਕਮ ਕੀਤਾ, 3 ਪਿੰਡ ਤੁੰਗ, ਗਿੱਲਾਂਵਾਲੀ ਤੇ ਸੁਲਤਾਨਵਿੰਡ, ਇਹਨਾਂ 3 ਪਿੰਡਾਂ ਦੀ ਵਿਚਕਾਰਲੀ ਜ਼ਮੀਨ ਸਤਿਗੁਰੂ ਸਾਹਿਬ ਜੀ ਨੇ 500 ਵਿਗਾ ਜਿਹੜਾ ਹੈ ਉਹਨੂੰ ਖਰੀਦਿਆ। ਅਕਬਰੀ ਟਕੇ ਭਰੇ ਤੇ ਭਰ ਕੇ ਤੇ ਸਤਿਗੁਰੂ ਸਾਹਿਬ ਜੀ ਨੇ ਉਹਦੀ ਮੋੜੀ ਗੱਡ ਕੇ ਉਹਦਾ ਇੱਕ ਨਵਾਂ ਨਗਰ ਵਸਾਇਆ। ਉਸ ਨਗਰ ਦਾ ਨਾਂ ਰੱਖਿਆ ਗਿਆ ਪਹਿਲਾਂ ਚੱਕ ਰਾਮਦਾਸਪੁਰ, ਫਿਰ ਉਹਨੂੰ ਅੰਮ੍ਰਿਤਸਰ ਕਿਹਾ ਜਾਣ ਲੱਗਿਆ। ਸਹਿਜੇ ਸਹਿਜੇ ਉਹਦੀ ਸਾਰੀ ਉਸਾਰੀ ਗੁਰੂ ਰਾਮਦਾਸ ਮਹਾਰਾਜ ਨੇ ਕਰਵਾਈ। ਉੱਥੇ ਅੰਮ੍ਰਿਤ ਸਰੋਵਰ ਬਣਵਾਇਆ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉੱਥੇ ਸ਼੍ਰੀ ਹਰਿਮੰਦਰ ਸਾਹਿਬ ਤਿਆਰ ਕੀਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਪਰ ਉਹਦੀ ਮੁੱਢਲੀ ਮੋੜੀ ਜਿਹੜੀ ਗੱਡੀ ਹੈ ਉਹ ਗੁਰੂ ਅਮਰਦਾਸ ਮਹਾਰਾਜ ਨੇ ਗੱਡੀ। ਭਾਈ ਜੇਠਾ ਜੀ ਨੂੰ ਉਹ ਨਵਾਂ ਨਗਰ ਵਸਾਉਣ ਵਾਸਤੇ ਕਿਹਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਇਹ ਮਹਾਨ ਕਾਰਜ ਕੀਤੇ। ਤਾਂ ਹੀ ਬਾਬਾ ਸੱਤਾ ਬਲਵੰਡ ਕਹਿੰਦੇ ਨੇ, ਝੱਖੜ ਵਾਉ ਨਾ ਡੋਲਈ ਪਰਬਤ ਮੇਰਾਨ। ਕਹਿੰਦੇ, ਹੇ ਗੁਰੂ ਅਮਰਦਾਸ ਮਹਾਰਾਜ, ਬਹੁਤ ਸਾਰੇ ਆਪ ਜੀ ਦੇ ਉੱਪਰ ਝੱਖੜ ਝੁੱਲੇ, ਪਰ ਜਿਵੇਂ ਝੱਖੜ ਝੁੱਲਣ ਦੇ ਬਾਵਜੂਦ ਵੀ ਪਰਬਤ ਜਿਹੜਾ ਹੈ ਨਾ ਉਹ ਕਦੇ ਡੋਲਦਾ ਨਹੀਂ ਹੈ, ਉਹ ਬਿਲਕੁਲ ਥਿਰ ਰਹਿੰਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਬਹੁਤ ਸਾਰੇ ਝੱਖੜ ਝੁੱਲੇ, ਆਪ ਜੀ ਉਸ ਪਰਬਤ ਦੀ ਤਰ੍ਹਾਂ ਅਡੋਲ ਰਹੇ। ਇੱਥੋਂ ਤੱਕ ਕਿਹਾ, ਕਹਿੰਦੇ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਾਲਾਨ। ਕਹਿੰਦੇ ਆਪ ਜੀ ਨੇ ਸਹਿਜ ਦਾ ਘੋੜਾ ਧਾਰਨ ਕੀਤਾ ਹੋਇਆ, ਆਪ ਜੀ ਦੇ ਅੰਦਰ ਸਹਿਜ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਰਾਬਰਤਾ, ਇਸਤਰੀ ਜਾਤੀ ਦੇ ਹੱਕ ਦੀ ਗੱਲ ਹੋਵੇ, 22 ਮੰਜੀਆਂ ਸਥਾਪਿਤ ਕੀਤੀਆਂ ਹੋਣ, ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ ਹੋਵੇ, ਇਹ ਸਿੱਖੀ ਦੇ ਮਹਾਨ ਜਿਹੜੇ ਵੱਡੇ ਕਾਰਜ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿ ਕੇ ਕੀਤੇ। ਲੰਮੇਰੀ ਉਮਰ ਤੱਕ ਸਤਿਗੁਰੂ ਭਾਵੇਂ ਬਜ਼ੁਰਗ ਅਵਸਥਾ ਦੇ ਵਿੱਚ ਸਨ, ਫਿਰ ਵੀ ਸਿੱਖੀ ਦਾ ਮਹਾਨ ਕਾਰਜ ਕਰਦੇ ਗਏ। ਆਪ ਜੀ ਨੇ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। 17 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕਰਕੇ ਇਸ ਮਨੁੱਖਤਾ ਦੀ ਝੋਲੀ ਦੇ ਵਿੱਚ ਪਾਈ। ਸਤਿਗੁਰੂ ਸਾਹਿਬ ਜੀ ਨੇ ਇਸ ਮਨੁੱਖਤਾ ਨੂੰ ਸੱਚ ਦੇ ਉਪਦੇਸ਼ ਦੇ ਨਾਲ ਜੋੜਿਆ ਤੇ ਮੇਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਵਿੱਤਰ ਗੁਰਬਾਣੀ ਦੇ ਰਾਹੀਂ ਸਿੱਖ ਸੰਗਤਾਂ ਨੂੰ ਤਾਰਿਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਨ। ਉਹਨਾਂ ਦੇ ਮੁਬਾਰਕ ਜੀਵਨ ਦੇ ਵਿੱਚੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਔਰ ਸਿੱਖਣ ਦਾ ਯਤਨ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਚਨ